परम सत्कारयोग सतगुरां दी साजी नवाजी गुरु प्यारे गुरु सवारे खालसा साध संगत जी बहुत ही वड्डियां भागां वाले हाँ। साहिब श्री गुरु ग्रंथ साहिब महाराज जी के पावन पवित्र सचखंड श्री दरबार साहिब दीआं हाजरियां भर के अपने जीवन नूं सफल बना रहे हाँ। सवाल सब तो पहला कलगीधर दशमेश पिता महाराज जी की बख्शिश की फतेह प्यार नाल बोलो जी। वाहिगुरु जी का खालसा वाहिगुरु जी की फतेह। गुरमुख प्यारिओ, आप जी नूं भली भांत पता ही है कि कल रोज तो लेके गुरु घर दे विच समूह संगतां दे सहयोग दे नाल गुरु घर की एनिवर्सरी पूर्णमासी के दिहाड़े मुख रख के कलगीधर महाराज जी के वड्डे साहिबजादे जाना तो वध प्यारे सिंह शहीद माता गुजर कौर जी की शहीदी नूं समर्पित श्री अखंड पाठ साहिब प्रकाश ने गुरबाणी के प्रवाह चल रहे ने। संगतां तन मन धन करके सेवा करके अपना जीवन सफल बना रही ने। सापा लड़ीवार इतिहास शुरू किया है आनंदपुर साहिब जी तो। रात के दीवान दे विच आपां आनंदपुर साहिब का किला कलगियां वाले पातशाह महाराज जी ने 6 ते 7 पोह की विचकारली रात 1704 दसंबर महीने दे विच सतगुरां ने आनंदपुर साहिब का किला छड्डिया। सरसा के कंढे ते आके भयानक जंग होया। कुछ सिंह सरसा के कंढे ते शहीदियां पा गए। सरसा के पार करने तो पहला कलगियां वाले पातशाह महाराज जी ने नित की मर्यादा के अनुसार नित नेम नित कर्म के अनुसार आसा जी की वार के कीर्तन किए, कीर्तन श्रवण किए। गुरमुख प्यारिओ, इथों सानू ये भी सिक्ख्या लेनी चाहिए है कि जिड्डा मर्जी साडे ते कोई भयानक समा आ जावे, सानू अपना नित का कर्म नित की मर्यादा नित नेम नहीं छड्डना चाहिए। गुरमुख प्यारो, नित नेम ही गुरसिख की पूंजी है। जे सिख दे कोल नित नेम नहीं, समझो सिख भी नहीं है। कोई उठण की अमृत वेले मर्यादा नहीं है सिख की, बाणी पढ़न की कोई मर्यादा नहीं है गुरसिख की। सिख भी तो गुरु का सिख नहीं हो सकता। गुरु रामदास महाराज कहते हैं, गुर सतगुर का जो सिख अखाए सो भल के उठ हर नाम ध्यावै।
ਗੁਰਮੁਖ ਪਿਆਰਿਓ, ਬੜੇ ਵਿਦਵਾਨ ਨੇ ਅੱਜ ਦੇ ਸਮੇਂ ਦੇ ਵਿੱਚ, ਉਹ ਅੰਮ੍ਰਿਤ ਵੇਲੇ ਨੂੰ ਕੱਟ ਰਹੇ ਨੇ। ਕਹਿੰਦੇ ਸਾਰੇ ਵੇਲੇ ਹੀ ਅੰਮ੍ਰਿਤ ਵੇਲਾ ਹੁੰਦਾ ਵਾ, ਸਾਰੇ ਸਮਿਆਂ ਨੂੰ ਅੰਮ੍ਰਿਤ ਵੇਲਾ ਕਹੀ ਜਾਂਦੇ ਨੇ। ਸਾਰੇ ਸਮੇਂ ਅੰਮ੍ਰਿਤ ਵੇਲਾ ਨਹੀਂ ਹੁੰਦੇ। ਗੁਰਮੁਖ ਪਿਆਰਿਓ, ਆਪਾਂ ਗੁਰਬਾਣੀ ਦਾ ਪ੍ਰਮਾਣ ਦੇ ਕੇ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖਿਆ ਹੈ, ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਕੀਤਾ। ਕਿੰਨੇ ਸ਼ਬਦ ਨੇ ਗੁਰਬਾਣੀ ਦੇ ਵਿੱਚ। ਚਾਲਾਂਗੇ ਉਠ ਨਾਮ ਜਪ ਨਿਸ ਵਾਸਰ ਆਰਾਧ। ਚਾਲਾਂਗੇ ਵੀ ਅੰਮ੍ਰਿਤ ਵੇਲੇ ਨੂੰ ਕਿਹਾ। ਚਾਲਾਂਗੇ ਉਠ ਨਾਮ ਜਪ ਨਿਸ ਵਾਸਰ ਆਰਾਧ। ਹੋਰ ਵੀ ਕਿੰਨੇ ਪ੍ਰਮਾਣ ਨੇ। ਭਾਈ ਗੁਰਦਾਸ ਜੀ ਆਪਣੇ ਅਵਾਰਾਂ ਦੇ ਵਿੱਚ ਕਹਿੰਦੇ ਨੇ, ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਪਿਛਲ ਰਾਤ ਕਿਹੜੀ ਆ? ਅੰਮ੍ਰਿਤ ਵੇਲਾ। ਦਿਨ ਚੜ੍ਹਨ ਤੋਂ 3 ਘੰਟੇ ਪਹਿਲਾਂ ਇਹਨੂੰ ਅੰਮ੍ਰਿਤ ਵੇਲਾ ਮੰਨਿਆ ਗਿਆ। ਸੋ ਇਸ ਕਰਕੇ ਪਿਆਰਿਓ, ਅੰਮ੍ਰਿਤ ਵੇਲੇ ਦੀ ਬੜੀ ਵੱਡੀ ਮਹੱਤਤਾ ਹੈ। ਅੰਮ੍ਰਿਤ ਵੇਲਾ ਬੱਤੈ ਕਾ ਬੀਜਿਆ ਭਗਤ ਖਾਏ, ਖਤ ਰਹੇ ਨ ਫੁੱਟੈ ਨਾਹੀ। ਕਿੰਨੇ ਪ੍ਰਮਾਣ ਨੇ ਗੁਰਬਾਣੀ ਦੇ ਵਿੱਚ। ਹਾਂ, ਇਹ ਠੀਕ ਹੈ ਵੀ ਗੁਰਬਾਣੀ ਅੰਮ੍ਰਿਤ ਰੂਪ ਹੈ। ਗੁਰਬਾਣੀ ਅੰਮ੍ਰਿਤ ਰੂਪ ਹੈ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਸਾਡੇ ਅੰਦਰ ਅੰਮ੍ਰਿਤ ਜਾਂਦਾ ਹੈ। ਸਤਿਗੁਰ ਕੀ ਬਾਣੀ ਅੰਮ੍ਰਿਤ ਬਚਨ, ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੈ। ਇਹ ਅੰਮ੍ਰਿਤ ਹੈ ਗੁਰਬਾਣੀ ਦੇ। ਗੁਰੂ ਦੇ ਜਿਹੜੇ ਸ਼ਬਦ ਨੇ ਵੀ ਅੰਮ੍ਰਿਤ ਨੇ। ਗੁਰਬਾਣੀ ਪੜ੍ਹਦੇ ਆ, ਅੰਮ੍ਰਿਤ ਨਾਲ ਜੁੜ ਜਾਂਦੇ ਆ। ਪਰ ਗੁਰਮੁਖ ਪਿਆਰਿਓ, ਅੰਮ੍ਰਿਤ ਵੇਲੇ ਦੀ ਮਹੱਤਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਨੇ ਦੱਸੀ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ। ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਵਾਂ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਸਰਨਾ ਬੰਦੇ, ਆਪਣੇ ਕੇਸਾਂ ਦੇ ਵਿੱਚ ਪਾਣੀ ਪਾਉਂਦੇ ਨੇ, ਇਸ਼ਨਾਨ ਕਰਦੇ ਨੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਸਾਧ ਸੰਗਤ ਚੱਲ ਜਾਏ ਬੰਦੇ। ਕਹਿੰਦੇ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਜਿਹੜੇ ਸਤ ਸੰਗਤ ਦੇ ਵਿੱਚ ਆ ਕੇ ਬੈਠਦੇ। ਸਤਸੰਗ ਦਾ ਬੜਾ ਵੱਡਾ ਮਹੱਤਵ ਹੈ। ਸੋ ਇਸ ਕਰਕੇ ਪਿਆਰਿਓ, ਅੰਮ੍ਰਿਤ ਵੇਲਾ ਹਰ ਇੱਕ ਗੁਰਸਿੱਖ ਦੇ ਲਈ ਜ਼ਰੂਰੀ ਹੈ। ਤੇ ਕਲਗੀਆਂ ਵਾਲੇ ਪਾਤਸ਼ਾਹ ਵੀ ਕਹਿ ਸਕਦੇ ਵੀ ਮਗਰ ਫੌਜਾਂ ਲੱਗਿਆ, ਕੋਈ ਗੱਲ ਨਹੀਂ, ਅੱਜ ਅੰਮ੍ਰਿਤ ਵੇਲੇ ਨਹੀਂ ਪਾਠ ਹੁੰਦਾ, ਨਹੀਂ ਕਰਦੇ। ਪਰ ਗੁਰਮੁਖ ਪਿਆਰਿਓ, ਉੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲਾ ਨਿਭਾਇਆ। ਅੰਮ੍ਰਿਤ ਵੇਲਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਗੁਰਮੁਖ ਪਿਆਰਿਓ, ਉੱਥੇ ਕੋਈ ਚਾਦਰਾਂ ਨਹੀਂ ਦਿਸੀਆਂ ਸਨ। ਕੱਖ ਕੰਡਿਆਂ ਦੇ ਵਿੱਚ ਬੈਠ ਕੇ ਖੁੱਲੇ ਅਸਮਾਨ ਦੇ ਥੱਲੇ ਮਹਾਰਾਜ ਜੀ ਨੇ ਉੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਸੋ ਇਸ ਕਰਕੇ ਪਿਆਰਿਓ, ਸਾਡਾ ਜਿਹੜਾ ਸਿਸਟਮ ਹੈ, ਅਸੀਂ ਕੀ ਕਰਦੇ ਹਾਂ, ਜੇ ਸਮਾਂ ਮਿਲ ਗਿਆ ਪਾਠ ਕਰ ਲਿਆ, ਨਹੀਂ ਪਤਾ ਫਿਰ ਸਾਰਾ ਦਿਨ ਹੀ ਪਾਠ ਕਰ ਜਾਈਏ। ਸੁਖਮਨੀ ਸਾਹਿਬ ਦਾ ਇੱਕ ਪਾਠ ਕਰ ਲਿਆ, 5 ਕਰ ਲਏ, 4 ਕਰ ਲਏ, ਤੇ ਫਿਰ ਕਈ ਮਹੀਨੇ ਗੁਰਦੁਆਰਾ ਸਾਹਿਬ ਵੀ ਨਹੀਂ ਚੱਕਣਾ। ਗੁਰਮੁਖ ਪਿਆਰਿਓ, ਗੁਰਸਿੱਖ ਦਾ ਨਿਤਨੇਮ ਹੋਣਾ ਚਾਹੀਦਾ ਹੈ। ਨਿਤਨੇਮ ਅਸੀਂ ਪ੍ਰਸਾਦਾ ਨਿਤ ਸਕਦੇ ਹਾਂ। ਇਹ ਸਾਡੇ ਜਿਸਮ ਦੀ ਖੁਰਾਕ ਹੈ, ਜਿਸਮਾਨੀ ਜਿਸਮ ਦੀ ਖੁਰਾਕ। ਇੱਕ ਰੂਹਾਨੀ ਰੂਹ ਦੀ ਖੁਰਾਕ ਉਹ ਨਿਤਨੇਮ ਹੈ। ਬਾਣੀ ਦੇ ਨਾਲ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ। ਬਾਣੀ ਨਿਤ ਪੜ੍ਹਨੀ ਚਾਹੀਦੀ। ਮਹਾਰਾਜ ਕਹਿੰਦੇ, ਨਿਤ ਨਿਤ ਰੱਖ ਔਰ ਧਾਰੋ।
ਨਿਤ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰੋ। ਨਿਤਨੇਮ ਬਣਾਓ, ਭਾਵੇਂ ਥੋੜਾ ਬਣਾ ਲਓ ਪਰ ਨਿਤ ਕਰੋ। ਭਾਵੇਂ ਤੁਸੀਂ ਜਪਜੀ ਸਾਹਿਬ ਦਾ ਇੱਕ ਪਾਠ ਕਰੋ, ਨਿਤ ਕਰੋ। ਭਾਵੇਂ ਤੁਸੀਂ ਮੂਲ ਮੰਤਰ ਦੇ 10 ਵਾਰੀ ਪਾਠ ਕਰੋ, ਨਿਤ ਕਰੋ। ਨਿਤਨੇਮ ਬਣਾਓ। ਇਸ ਕਰਕੇ ਗੁਰਮੁਖ ਪਿਆਰੋ, ਨਿਤਨੇਮ ਇੱਥੋਂ ਸਾਨੂੰ ਸਿੱਖਿਆ ਮਹਾਰਾਜ ਦੇ ਇਤਿਹਾਸ ਦੇ ਵਿੱਚੋਂ ਲੈਣੀ ਚਾਹੀਦੀ ਆ ਵੀ ਗੁਰਸਿੱਖ ਨੂੰ ਆਪਣਾ ਨਿਤਨੇਮ ਨਹੀਂ ਭਜਾਉਣਾ ਚਾਹੀਦਾ। ਜਿਸ ਦਿਨ ਨਿਤਨੇਮ ਨਹੀਂ ਹੋਇਆ, ਇਹ ਸਮਝੋ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਕਲੇਰਾਂ ਵਾਲੇ ਕਿ ਸਾਡਾ ਕੋਈ ਮਾੜਾ ਕੰਮ ਕੀਤਾ ਹੋਇਆ ਉਸ ਦਿਨ, ਜਿਸ ਦਿਨ ਸਾਡਾ ਨਿਤਨੇਮ ਨਹੀਂ ਹੋਇਆ। ਇਹ ਸਾਡਾ ਕੋਈ ਮਾੜਾ ਕੰਮ ਹੈ, ਉਸ ਦਿਨ ਉਹ ਜਾਗ ਪੈਂਦਾ। ਕਹਿੰਦੇ ਜਿਹੜੇ ਨਿਤਨੇਮ ਨਹੀਂ ਕਰਦੇ ਉਹ ਗੁਰੂ ਤੋਂ ਖਿੱਚ ਕੇ ਬਾਂਹ ਛਡਾਉਂਦੇ ਆ। ਬਾਬੇ ਆਨੰਦ ਸਿੰਘ ਜੀ ਦੇ ਬੱਚੇ ਨਿਕਲੇ ਨਾ। ਇਸ ਕਰਕੇ ਪਿਆਰੋ, ਨਿਤਨੇਮ ਜ਼ਰੂਰ ਕਰਿਆ ਕਰੋ। ਜਿਹਨੂੰ ਕਈ ਵਾਰੀ ਅਸੀਂ ਕਹਿੰਦੇ ਵੀ ਸਾਨੂੰ ਕਿਹੜਾ ਬਾਣੀ ਪੜ੍ਹਨੀ ਆਉਂਦੀ, ਨਹੀਂ ਪਿਆਰਿਓ, ਵਾਹਿਗੁਰੂ ਤਾਂ ਕਹਿਣਾ ਆਉਂਦਾ ਹੀ ਹੈ ਨਾ। ਮੂਲ ਮੰਤਰ ਨਹੀਂ ਆਉਂਦਾ, ਵਾਹਿਗੁਰੂ ਤਾਂ ਇਕੱਲਾ ਕਹਿ ਸਕਦੇ ਆ। 5 ਮਿੰਟ ਦਾ ਨਿਤਨੇਮ ਕਰ ਲਓ ਵੀ ਰੋਜ਼ 5 ਮਿੰਟ ਬੈਠਣਾ ਉਹਦੀ ਗੁਰੂ ਦੀ ਹਜ਼ੂਰੀ ਵਿੱਚ, ਆਪਣੇ ਘਰਾਂ ਦੇ ਵਿੱਚ ਬੈਠੋ, ਪਰ ਜ਼ਰੂਰ ਕਰਿਆ ਕਰੋ ਪਿਆਰਿਓ ਨਿਤਨੇਮ। ਫਿਰ ਇਹ ਸਾਰੀਆਂ ਬਖਸ਼ਿਸ਼ਾਂ ਨਿਤਨੇਮ ਹੀ ਨੇ। ਇੱਥੇ ਗੁਰਮੁਖ ਪਿਆਰਿਓ, ਹੁਣ ਅਸੀਂ ਵੀ ਆ, ਸਾਰੀਆਂ ਆਪਾਂ ਇੱਕ ਟਾਈਮ ਪ੍ਰਸਾਦਾ ਨਾ ਮਿਲੇ ਹਾਲਤ ਕਿਹੋ ਜਿਹੀ ਹੋ ਜਾਂਦੀ ਆ। 7 ਮਹੀਨੇ ਕਿਲੇ ਦੇ ਵਿੱਚ ਮਹਾਰਾਜ ਦੇ ਨਾਲ ਸਿੰਘ ਰਹੇ, ਭੁੱਖਣ ਭਾਣੇ, ਤੇ ਦੇਖੋ ਫਿਰ ਜੰਗ ਲੜ ਰਹੇ। ਇਹ ਸਾਰੀ ਬਖਸ਼ਿਸ਼ ਉਹ ਨਿਤਨੇਮ ਦੀ ਆ ਨਾ, ਨਾਮ ਦੀ ਕਮਾਈ ਆ। ਨਾਮ ਜਪਣ ਵਾਲੇ, ਇਬਾਦਤ ਕਰਨ ਵਾਲੇ ਹੀ ਸ਼ਹਾਦਤ ਦੇ ਸਕਦੇ ਨੇ। ਇਬਾਦਤਾਂ ਵਾਲੇ ਉਹੀ ਸ਼ਹਾਦਤ ਦਾ ਜਾਮ ਪੀਂਦੇ ਨੇ। ਇਸ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਸਰਸਾ ਪਾਰ ਹੋਇਆ, ਸਤਿਗੁਰਾਂ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇਹ ਰਾਤ ਆਪਾਂ ਵਿਚਾਰ ਕਰਦੇ ਸੀ। ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵਾਲੇ ਪਾਸੇ ਨੂੰ ਨਿਕਲ ਗਏ ਨੇ। ਕਲਗੀਆਂ ਵਾਲੇ ਮਹਾਰਾਜ ਜੀ ਦੇ ਨਾਲ ਕੁਝ ਗਿਣਤੀ ਦੇ ਸਿੰਘ ਨੇ। ਇਧਰ ਮਾਤਾ ਗੁਜਰ ਕੌਰ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਨੇ। ਇੱਥੋਂ 3 ਹਿੱਸਿਆਂ ਦੇ ਵਿੱਚ ਮਹਾਰਾਜ ਜੀ ਦਾ ਪਰਿਵਾਰ ਹੋਇਆ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਭਾਈ ਬਚਿੱਤਰ ਸਿੰਘ ਜੋ ਫੱਟੜ ਹੋ ਗਿਆ ਸੀ, ਜ਼ਖਮੀ ਹੋ ਗਿਆ ਸੀ ਸਰਸਾ ਦੇ ਕਿਨਾਰੇ, ਉਹਨੂੰ ਕੋਟਲਾ ਨਿਹੰਗ ਖਾਂ ਦੇ ਘਰ ਮਹਾਰਾਜ ਛੱਡ ਕੇ ਆਏ। ਤੇ ਗੁਰਮੁਖ ਪਿਆਰੇ, ਕੋਟਲਾ ਨਿਹੰਗ ਖਾਂ ਗੁਰੂ ਸਾਹਿਬ ਦਾ ਸ਼ਰਧਾਲੂ ਸੀ। ਉੱਥੇ ਬਚਿੱਤਰ ਸਿੰਘ ਜੀ ਨੇ ਅੰਤਮ ਸਵਾਸ ਲਏ ਤੇ ਸਾਰੀ ਅੰਤਮ ਜਿਹੜੀ ਰਸਮ ਸੀ ਉਹ ਕੋਟਲਾ ਨਿਹੰਗ ਖਾਂ ਨੇ ਨਿਭਾਈ ਭਾਈ ਬਚਿੱਤਰ ਸਿੰਘ ਜੀ। ਤੇ ਇਥੋਂ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਚਮਕੌਰ ਵੱਲ ਨੂੰ ਆਏ। ਇੱਥੇ ਚਮਕੌਰ ਸਾਹਿਬ, ਜਿਹਨੂੰ ਆਪਾਂ ਚਮਕੌਰ ਦੀ ਗੜੀ ਕਹਿੰਦੇ ਆ, ਇਹ 2 ਭਰਾਵਾਂ ਦੀ ਹਵੇਲੀ ਸੀ। ਇੱਕ ਦਾ ਨਾਮ ਬੁੱਧੀ ਚੰਦ ਰਾਵਤ ਤੇ ਦੂਸਰੇ ਦਾ ਨਾਮ ਭਾਈ ਗਰੀਬੂ। ਇਹ ਭਾਈ ਗਰੀਬੂ ਤੇ ਭਾਈ ਬੁੱਧੀ ਚੰਦ ਰਾਵਤ ਦੀ ਹਵੇਲੀ ਸੀ। ਤੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਉਸ ਹਵੇਲੀ ਦੇ ਵਿੱਚ ਗਏ। ਉਹ ਮਹਾਰਾਜ ਦੇ ਸ਼ਰਧਾਲੂ ਸਿੱਖ ਸਨ ਤੇ ਗੁਰਮੁਖ ਪਿਆਰੇ, ਉਹਨਾਂ ਨੇ ਸਤਿਗੁਰਾਂ ਦਾ ਉਤਾਰਾ ਹਵੇਲੀ ਦੇ ਵਿੱਚ ਕਰਵਾਇਆ। ਫੌਜਾਂ ਮਗਰ ਲੱਗੀਆਂ ਨੇ ਤੇ ਗੁਰਮੁਖ ਪਿਆਰਿਓ, ਉਸ ਕੱਚੀ ਗੜੀ ਨੂੰ, ਹਵੇਲੀ ਨੂੰ ਘੇਰਾ ਪੈ ਗਿਆ। ਇਤਿਹਾਸ ਇਹ ਦੱਸਦਾ ਵੀ 10 ਲੱਖ ਫੌਜਾਂ ਦਾ ਘੇਰਾ। ਇਹ 10 ਲੱਖ ਫੌਜਾਂ ਕਿਸੇ ਕਵੀ ਨੇ ਨਹੀਂ ਕਿਹਾ। ਇਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪ ਜਫਰਨਾਮਾ, ਜਿਹੜਾ 10ਵੇਂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਸ ਜਫਰਨਾਮੇ ਦੇ ਵਿੱਚ ਇਹ ਵਚਨ ਆਉਂਦੇ ਨੇ। 10 ਲੱਖ ਫੌਜ ਦਾ ਘੇਰਾ ਫੌਜਾਂ ਨੇ ਪਾਇਆ। ਸਰਹੰਦ ਦੀ ਫੌਜ, ਮਲੇਰਕੋਟਲੇ ਦੀ ਫੌਜ, ਦਿੱਲੀ ਦੀ ਸ਼ਾਹੀ ਫੌਜ ਤੇ ਗੁਰਮੁਖ ਪਿਆਰਿਓ
कई राजियां की फौज सी जिहड़ी उस समय के राजे जिहड़े सन, बिलासपुर का राजा, कहलूर का राजा, नाथ का राजा, ये किन्ने राजे सन। उन्होंने सारिया फौजा इकट्ठियां होके 22 धार दियां फौजां राजे ते गुरमुख प्यारे उन्होंने इकट्ठियां होके 10 लाख फौज ने घेरा पाया सी। ते कलगियां वाले पातशाह महाराज अज उस बुद्धि चंद ते भाई गरीबू की हवेली कच्ची गढ़ी दे विच ने महाराज। उस समय उतारा किया गया बस्तर, क्योंकि सरसा पार किया, बस्तर भी गिले ने। ओदा महीना ठंड बड़ी आ, हवा ठंडियां चल रही ने। जो कुछ वस्त्र कोल ने, घोड़ियां दी काठियां जां कोई कंबल पूरे, जो कुछ भी सी वो भी गिले हो चुके हैं, सुके वस्त्र ने। देखो समा किहो जा, ढिडों भुखे ने, ढिडों भुखे ने, वस्त्र गिले ने, पोह दा महीना, हवा ठंडी चल रही है, ते जेड़े कोल शस्त्र ने वो भी खुंडे हुए हैं, जंग लड़ते आ रहे हैं। इधर फौजां कोल रस्ता भी सारियां आ रही ने, सब कुछ खाण नूं मिल रहा, वस्त्र बदल नूं मिल रहे ने, ते गुरमुख प्यारिओ ते शस्त्र भी चंगे ने उन्हां दे। ये चमकौर की गढ़ी कोई मुकाबला नहीं सी गुरु साहब का उन्होंने नाल। महाराज जी ने 10 ग्रंथ के जफरनामे के वचन लिखे ने। महाराज कहते औरंगजेब तू सोच के देख, अपनी जमीर नूं पुछ भी 40 सिंघां नूं फड़न वास्ते 10 लाख फौज लेके आया, 40 नूं फड़न वास्ते और तू दुगने ले आउंदा, 80 ले आउंदा, तिगने ले आउंदा, ते 40 नूं फड़न वास्ते तू 10 लाख फौज लेके आया। महाराज कह लगे मैं तुहाडियां कसमां ते इतवार कीता, तुहाडियां कसमां ते इतवार करके मैं आनंदपुर दा किला छड्ड दिता, ते तेरियां फौजां ने नेजे बरसिया तलवारां दे हेठां वो कसमां तोड़ दित्तियां। कलगियां वाले पातशाह महाराज कहंदे ने जफरनामे दे विच, कहते फिर जो सारे हीले वसीले फेल हो जान, उस समय कृपान दे हथ जाना जायज है। चूंका अज हमा हिल ते दर गुजस, हलालस्त मुर्दन वास मसीर दस। ये 10वें पासे दे वचन ने जफरनामे दे विच। कहते उस समय तलवार पतनी जायज है जो सारे हीले वसीले फेल हो जान। हुण चमकौर की गढ़ी दे विच गुरमुख प्यारिओ जदों जाके डेरा किया, उस समय 2 सिंह भाई काठा सिंह ते भाई मदन सिंह ये आए कलगियां वाले पातशाह महाराज। कह लगे महाराज अज तुसीं सारे सिंह आराम करो, अज असीं दोवें भरा सारी रात जाग के पहरा देवांगे। ते गुरमुख प्यारे सिंह जिहड़े सन, जो वस्त्र उन्होंने कोल सी, उस गढ़ी दे विच जिथे जिथे उन्होंने जगह मिली ते उन्होंने वस्त्र बसाए। जख्म होए ने, फट लगे ने, किसी की बांह ते फट, किसी की लत्त ते, किसी के मूँह के उपर फट लगे, ते सारे सिंह पए ने। एक पासे कलगीधर महाराज दे साहिबजादे भी पए। कलगियां वाले पातशाह महाराज इतिहासकार ये दसते हैं, कहते अद्धी रात तक महाराज चौंकड़ा ला के बैठे, चौंकड़ा ला के बैठे। अद्धी रात का समा होया। कलगियां वाले पातशाह महाराज जिथे भाई काठा सिंह ते मदन सिंह खड़े, उन्होंने जाके कहने लगे जाओ तुसीं भी आराम करो, तुसीं आराम करो,
क्योंकि कलगियां वाले पातशाह महाराज नूं पता सी भी कल वाला टाइम किहो जिहा होना, आउण वाला समा। कहंदे तुसीं आराम करो, हो सकदा इन्हां शरीरां नूं कल नूं नींद नसीब होवे जां ना होवे, तुसीं आराम करो। ते गुरमुख प्यारिओ, सतगुरु कलगियां वाले पातशाह महाराज ने उन्हां दोवां ਸਿੰਘਾਂ ਨੂੰ भी आराम करने वास्ते कहा। आप कलगियां वाले पातशाह महाराज गढ़ी के उपर गए तो जाकर सरकार पुरख वाहिगुरू परमात्मा के अगे अरदास करते हैं, सच्चे पातशाह हे वाहिगुरू, अज आ सिंह ते मेरे पुत्र मेरे कोल ने, कल नूं इन्हां दे जंग दे मैदान दे विच इन्हां ने जाना, उत्थे भावे वापरने ने। महाराज हे अकाल पुरख वाहिगुरू जी, जिस तरह मैं अपने पिता का सीस वेख्या दिल्ली तो आया ते उस समय मेरी सुरत नहीं डोली, ते कल नूं मेरे पुत्रा दे भावें टुकड़े होण जंग दे मैदान दे विच मेरी सुरत ना डोले। ओही सुरत जिहड़ी पौंटा साहब की धरती ते तू ही तू चाहती सी, ते कल नूं भी जदों मेरे पुत्रां दे शरीरां दे टुकड़े होने ने, उस समय भी ओही तू दा अलाप होवे। ते गुरमुख प्यारों, कलगियां वाले पातशाह महाराज इधर दिन चढ़दा 21 दसंबर का, ते गुरमुख प्यारे 21 दसंबर का दिन चढ़िया, उधर घेरा पिया होया सारी गढ़ी में, चमकौर की गढ़ी में फौजा तैयार ने। इतिहासकार लिखते हैं, कहते पहला एक एलची भेजा गया, ते गुरमुख प्यारो एलची आया भी वेखिए किन्ने क सिंह ने, पर वो एलची जिहड़ा सी कहंदे कुछ घट उच्चे नीवे शब्द बोलण लग्या, ते गुरमुख प्यारे वो वापस चलिया गया। बाबा अजीत सिंह जी ने कहंदे कृपान कढ लई सी उस समय भी तू हुण एलची बन के साडे घर आया, तैनूं कुछ नहीं कहंदे, कल नूं तैनूं जंग दे मैदान दे विच मिलांगे। फिर इतिहासकार ये दसदे ने, कहंदे सब तो पहला मलेरकोटले नवाब का जिहड़ा भरा सी नार खां, वो कहन लग्या कि आपां बाहरों गढ़ी नूं पौड़ी ला लैने आ, ते पौड़ी ला के आपां इन्हां नूं फड़ लवांगे। ते गुरमुख प्यारे पौड़ी लाई, नार खां जिहड़ा सी ये उपर चढ़िया पौड़ी दे, गनी खां पौड़ी नूं हथ पाई खड़ा सी। ख्वाजा महमूद जिहदा नाम कलगीधर महाराज ने जफरनामे दे विच उहनूं ख्वाजा मरदूद लिखिया, उहदा नाम महदूद सी। जदों नार खां गया उपर ममटी दे कोल गया, कलगियां वाले पातशाह महाराज वेख रहे ने, महाराज कहन लगे कोई गल नहीं, आ जाएंगे उपर। जदों उपर होया तो कलगियां वाले पातशाह महाराज ने तीर चलाया, जो कलगीधर पातशाह जी ने नार खां दी अखां दे विच दी तीर लंघिया, क्योंकि कलगियां वाले पातशाह उच्ची जगह के उपर सन। तीर अख दे विच भी बज के इधर गिच्ची दे पिछे निकलिया ते गुरमुख प्यारो नार खां थल्ले डिग्या। गनी खां दे मन दे विच है कि मैं ना मगर रह जा, क्योंकि इनाम बड़े बड़े रखे सन। हुण गनी खां मेरे मन दे विच आउंदा भी नार खां खत्म हो गया, भी मैं जाके फड़ लवांगा। गनी खां जदों चढ़िया उपर ते थोड़ा जिहा उपर सिर कीता गनी खां ने, कलगीधर महाराज ने उस समय गुरज सिर दे विच मारिया, गनी खां दे सिर दी मिच निकल गई ते गुरमुख प्यारो थल्ले डिग गए।
ਜਿਹੜਾ ख्वाजा महमूद सी ये उस समय डर के भज्या ते कलगीधर पातशाह महाराज ने तीर नहीं चलाया, क्योंकि ये असूल सी भी पिठ पिछे किसी के वार नहीं करना। ये जफरनामे दे विच कलगीधर महाराज ने लिखिया औरंगजेब नूं, कहंदे नार खां आया सी, कहंदे उहनूं एक तीर बख्शिया, गनी खां दे गुरत मारी, कहते तेरा जिहड़ा सब तो वड्डा जरनैल कहंदा सी ख्वाजा महमूद जिहड़ा सी, कहते गल करो भज गया, साडा काम नहीं पिठ पिछे वार करिए। कहते औरंगजेब जे किते वो मेरे सामने आ जाता तो मैं एक तीर उहनूं भी बख्श देना सी। कलगियां वाले पातशाह महाराज ने दस्सिया। गुरमुख प्यारे फिर 22 दिसंबर का दिन फौजा ने घेरा पाया होया, कलगियां वाले पातशाह महाराज जी ने 5-5 सिंघां दे जथे बनाए भी हुण जंग दे मैदान दे विच इन्हां दे नाल दो हत्थ करांगे, जूझ के शहीदियां पावांगे। कलगीधर पातशाह महाराज जी ने सबक पढ़ाया, कहण लगे जिहड़ी सिੱਖਿਆ तुहानूं आनंदपुर साहिब दे विच दित्ती सी, खालसा पंथ साजिया, उस समय मारे कहण लगे तुहानूं कहा सी 1.25 लाख से एक लड़ाऊं, तब गोबिंद सिंह नाम कहाऊं। अज उस बचन नूं पूरा करन लग्या महाराज। गुरमुख प्यारे, एक पासे 10 लाख फौज ते एक पासे 40 सिंह गिणती दे। कलगियां वाले पातशाह महाराज ने 5-5 सिंघां दे जथे बनाए, ते जदों जथे बनाए सब तो पहले जथे दे विच 50 प्यारिਆਂ दे विचों प्यारे हिम्मत सिंह जी आए, ते हिम्मत सिंह जी दे नाल 5 सिंह कलगियां वाले पातशाह महाराज ने भेजे। ते गुरमुख प्यारिओ 5 सिंह गए, दरवाजा खोलण की ड्यूटी लाई गई सिंघां दी, बड़ी फुर्ती दे नाल अंदरों एकदम निकलना, एकदम जाके हल्ला बोलना। ते कलगीधर पातशाह महाराज जी ने सारी सिੱਖਿਆ अपने सिंघां नूं समझाई, किवें जंग दे मैदान दे विच जाना। ते गुरमुख प्यारे, उस समय 5 सिंघां दा जत्था गया, कहण लगे कहते जिहड़े 5 प्यारिਆਂ दे विच 5 प्यारे साजे सन, उन्हां चों हिम्मत सिंह आया, कहते हुण बच के ना जावे। जंग दे मैदान दे विच गुरमुख प्यारे किन्निਆਂ दे आहू लाहे, ते उन्हां दे नाल लड़दे लड़दे वो जत्था शहीद हो गया। दूसरा जत्था भाई मोहकम सिंह जी ते गुरमुख प्यारे उन्हां दा जथेदार बना के दूसरा जत्था भेजिया, ते वो भी जंग दे मैदान दे विच शहीदियां पा गए। ते जदों शहीदियां पा गए, उस समय गुरमुख प्यारिओ भाई दया सिंह हुणी कहण लगे, कलगियां वाले पातशाह महाराज अगे आके हाथ जोड़े, सच्चे पातशाह इस तरह करो, किसी भी ढंग तरीके दे नाल तुसीं अपने साहिबजादियां नूं नाल लैके इस गढ़ी दे विचों निकल जाओ, असीं शहीदियां पावांगे। जदों इन्हां वचन कहा, उस समय बाबा अजीत सिंह जी गुरमुख प्यारिओ गल दे विच पल्ला पा के कलगियां वाले पातशाह महाराज दे सामने होके इस तरह बेनती कर रहा है। देवो आज्ञा पिता जी मैनू जंग विच जूझ के मरा, आज्ञा पिता जी मैनू जंग विच जूझ के मरा, जंग विच जूझ के मरा, जंग विच जूझ के मरा।
ਜੰਗ ਵਿੱਚ ਜੂਝ ਕੇ ਮਰਾਂ। कलगियां वाले पातशाह महाराज ने वचन कहे, महाराज आज्ञा देवो मैं भी जंग दे विच जावां ते शहीदी पावां। कलगियां वाले पातशाह महाराज कहने लगे, अजीत सिंह जिस दिन मैं पहली जंग जीती सी भंगाणी दी जंग जित के आया सी ते तेरा उस दिन जन्म होया सी पौंटा साहब की धरती ते तेरा नाम मैं अजीत सिंह रखिया जंग जित के आने की खुशी दे। वेखी किते उस समय बाबा अजीत सिंह कहने लगे, पिताजी नाम का अजीत हूं, जीता ना जाऊंगा। जीता तो हूं मगर हार के जीता ना आऊंगा। महाराज नाम का अजीत हाँ, जंग दे विच जावांगा, जितांगा जरूर, पर मैं हार के वापस नहीं आवांगा ते जंग दे मैदान दे विच शहीदी पा देवांगा। महाराज आज्ञा दे दो। कलगीधर पातशाह महाराज जी ने उस समय शास्त्र वास्त्र अपने हथी सजाए, कमर कसा लाया। बाबा अजीत सिंह जी दे नाल 5 सिंह गए जंग दे मैदान दे विच। गुरमुख प्यारिओ देखो किहो जिहा जिगरा होवेगा कलगियां वाले पातशाह महाराज जी। अपने पुत्र नूं पता भी वापस नहीं आउणा मुड़ के 15-16 साल का पुत्र नौजवान कलगियां वाले पातशाह महाराज अपने हथी तैयार करके भेज रहे हैं। किसी कवि ने बड़िया सोहनिया लाइना लिखिया ने, प्यार दे नाल उन्हां लाइना नूं सरवण करिओ। उन्हां लाइना दे विच चमकौर की गढ़ी का इतिहास वर्णन किया है। लिखते ने कवि बड़िया सोहनिया लाइना ने, गुरु गोबिंद सिंह ते पुत्रां ने, गुरु गोबिंद सिंह ते पुत्रां ने वैरी नूं पाजड़ पा दित्ती। गोबिंद सिंह ते पुत्रां ने वैरी नूं पाजड़ पा दित्ती। गोबिंद सिंह ते पुत्रां ने वैरी नूं पाजड़ पा दित्ती। गोबिंद सिंह ते पुत्रां ने वैरी नूं पाजड़ पा दित्ती। कलगियां वाले पातशाह महाराज सिंह जदों गए ना, बाबा अजीत सिंह जी आगू बन के जंग के मैदान में, जंग होर भख गया, तेज हो गया। कलगियां वाले पातशाह महाराज बड़ा सुपुत्र अजीत सिंह जंग लड़ रहा। आप सतगुर सच्चे पातशाह गढ़ी के ऊपर चले गए ने, ममती के ऊपर। साबास साबास कलगियां वाले पातशाह कह रहे ने ते नाल नाल तीर भी चला रहे हैं। कलगियां वाले पातशाह आप तीर छड्डदे ने।
बाबा अजीत सिंह जी कोल बरसा घोड़े के उपर सवार ने मैदान जंग के मैदाने गए ते गुरमुख प्यारिओ किन्ने ही दुष्टां नूं सोधा लाया। सोधा लाउंदिआं जिहड़ी बरसा सी ना बाबा अजीत सिंह जी दे कोल वो एक दुष्टी दी छाती दे विच खुभ के टुट गया। बरसा टुटिया बाबा अजीत सिंह जी घोड़े तो थले होके ते गुरमुख प्यारो कृपान दे नाल तलवार दे नाल जंग लड़ते लड़ते गुरमुख प्यारो इको दम उन्होंने इकट्ठिया होके हल्ला बोलिया बाबा अजीत सिंह जी के उपर। कट्ठे तीर चलाए ते बाबा अजीत सिंह जी नूं गुरमुख प्यारे उस समय शहीद कर दिता। अज वीर अजीत जुझार सिंह ने गढ़ी बिच शहीदी पा दित्ती। वीर अजीत जुझार सिंह ने गढ़ी बिच शहीदी पा दित्ती। अज वीर अजीत जुझार सिंह ने गढ़ी बिच शहीदी पा दित्ती। वीर अजीत जुझार सिंह ने शहीदी पा दित्ती। जुझार सिंह ने गढ़ी बिच शहीदी पा दित्ती। वीर अजीत जुझार सिंह ने गढ़ी बिच शहीदी पा दित्ती। जुझार सिंह जी के बड़े वीर ने आके गढ़ी में शहीदी पाई है। सिंह नाल जो भुखण पाने सी उन्हां भी हथ मुका दित्ती। सिंह नाल जो भुखण पाने सी उन्हां भी हथ मुका दित्ती। जो भुखण पाने सी उन्हां भी हथ मुका दित्ती। सिंह नाल जो भुखण पाने सी उन्हां भी हथ मुका दित्ती। जो भुखण पाने सी उन्हां भी हथ मुका दित्ती। ਜਿਹੜੇ ਕਈ ਦਿਨਾਂ ਦੇ ਭੁੱਖੇ ਸਨ ਗੁਰਮੁਖ ਪਿਆਰੋ ਸਿੰਘ ਉਹਨਾਂ ਨੇ ਵੀ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ। ਜਾਨਾਂ ਵਾਰ ਰਹੇ ਨੇ। ਉਹਨਾਂ ਤੀਰਾਂ ਤੇ ਤੇਗਾਂ ਮੂਰੇ ਹੱਸ ਹੱਸ ਕੇ ਛਾਤੀ ਡਾ ਦਿੱਤੀ। ਉਹਨਾਂ ਤੀਰਾਂ ਤੇ ਤੇਗਾਂ ਮੂਰੇ ਹੱਸ ਹੱਸ ਕੇ ਛਾਤੀ ਡਾ ਦਿੱਤੀ। ਉਹਨਾਂ ਤੀਰਾਂ ਤੇ ਮੂਰੇ ਹੱਸ ਹੱਸ ਕੇ ਛਾਤੀ ਡਾ ਦਿੱਤੀ। ਤੇ ਮੂਰੇ ਹੱਸ ਹੱਸ ਕੇ ਛਾਤੀ ਡਾ ਦਿੱਤੀ। ਤੀਰਾਂ ਤੇ ਮੂਰੇ ਹੱਸ ਹੱਸ ਕੇ ਛਾਤੀ ਡਾ ਦਿੱਤੀ। ਤੇ ਮੂਰੇ ਹੱਸ ਹੱਸ ਕੇ ਛਾਤੀ ਡਾ ਦਿੱਤੀ। ਇਹ ਸਾਰੀ ਬਖਸ਼ਿਸ਼ ਹੋਈ ਕਿਵੇਂ? ਉਹ ਬਖਸ਼ਿਸ਼ ਸੀ ਜੋ ਅੰਮ੍ਰਿਤ ਦੀ ਉਹ ਬਖਸ਼ਿਸ਼ ਸੀ ਜੋ ਅੰਮ੍ਰਿਤ ਦੀ ਜਿਹੜੀ ਬਾਜਾਂ ਨਾਲ ਲੜਾ ਦਿੱਤੀ। ਬਖਸ਼ਿਸ਼ ਸੀ ਜੋ ਅੰਮ੍ਰਿਤ ਦੀ ਜਿਹੜੀ ਨਾਲ ਬਾਜ ਲੜਾ ਦਿੱਤੀ। ਸੀ ਜੋ ਅੰਮ੍ਰਿਤ ਦੀ ਜਿਹੜੀ ਬਾਜਾਂ ਨਾਲ ਲੜਾ ਦਿੱਤੀ। ਸਤੀ ਜੋ ਅੰਮ੍ਰਿਤ ਦੀ ਜਿਹੜੀ ਬਾਜਾਂ ਨਾਲ ਲੜਾ ਦਿੱਤੀ। ਭਗਤ ਸੀ ਜੋ ਅੰਮ੍ਰਿਤ ਦੀ ਜਿਹੜੀ ਬਾਜਾਂ ਨਾਲ ਲੜਾ ਦਿੱਤੀ। ਭਗਤ ਸੀ ਜੋ ਅੰਮ੍ਰਿਤ ਦੀ ਜਿਹੜੀ ਬਾਜਾਂ ਨਾਲ ਲੜਾ ਦਿੱਤੀ। ਅੱਜ ਵੀਰ ਅਜੀਤ ਜੁਝਾਰ ਸਿੰਘ ਨੇ ਗੜੀ ਸੀ। ਅੱਜ ਵੀਰ ਅਜੀਤ ਜੁਝਾਰ ਸਿੰਘ ਨੇ ਗੜੀ ਵਿੱਚ ਸ਼ਹੀਦੀ ਪਾ ਦਿੱਤੀ। ਅੱਜ ਵੀਰ ਅਜੀਤ ਜੁਝਾਰ ਸਿੰਘ ਨੇ ਗੜੀ ਵਿੱਚ ਸ਼ਹੀਦੀ ਪਾ ਦਿੱਤੀ।
ਅੱਜ ਵੀਰ ਅਜੀਤ ਜੁਝਾਰ ਸਿੰਘ ਨੇ ਗੜੀ ਵਿੱਚ ਸ਼ਹੀਦੀ ਪਾ ਦਿੱਤੀ। ਵੀਰ ਅਜੀਤ ਜੁਝਾਰ ਸਿੰਘ ਨੇ ਗੜੀ ਵਿੱਚ ਸ਼ਹੀਦੀ ਪਾ ਦਿੱਤੀ। ਵੀਰ ਜੁਝਾਰ ਸਿੰਘ ਨੇ ਗੜੀ ਵਿੱਚ ਸ਼ਹੀਦੀ ਪਾ ਦਿੱਤੀ। ਅਜੀਤ ਜੁਝਾਰ ਸਿੰਘ ਨੇ ਗੜੀ ਵਿੱਚ ਸ਼ਹੀਦੀ ਪਾ ਦਿੱਤੀ। ਜਦ ਵਿੱਚ ਮੈਦਾਨ ਅਜੀਤ ਸਿੰਘ ਨੇ ਜਦ ਵਿੱਚ ਮੈਦਾਨ ਅਜੀਤ ਸਿੰਘ ਨੇ ਲਾੜੀ ਮੌਤ ਨੂੰ ਜਾ ਵਿਆਹਿਆ ਸੀ। ਵਿੱਚ ਮੈਦਾਨ ਅਜੀਤ ਸਿੰਘ ਨੇ ਲਾੜੀ ਮੌਤ ਨੂੰ ਜਾ ਵਿਆਹਿਆ ਸੀ। ਮੈਦਾਨ ਅਜੀਤ ਸਿੰਘ ਨੇ ਲਾੜੀ ਮੌਤ ਨੂੰ ਜਾ ਵਿਆਹਿਆ ਸੀ। ਅਜੀਤ ਸਿੰਘ ਨੇ ਲਾੜੀ ਮੌਤ ਨੂੰ ਜਾ ਵਿਆਹਿਆ ਸੀ। ਵਿੱਚ ਮੈਦਾਨ ਅਜੀਤ ਸਿੰਘ ਨੇ ਲਾੜੀ ਮੌਤ ਨੂੰ ਜਾ ਵਿਆਹਿਆ ਸੀ। ਵਿੱਚ ਮੈਦਾਨ ਅਜੀਤ ਸਿੰਘ ਨੇ ਲਾੜੀ ਮੌਤ ਨੂੰ ਜਾ ਵਿਆਹਿਆ ਸੀ। ਫਿਰ ਤੱਕਿਆ ਗੁਰਾਂ ਜੁਝਾਰ ਤਾਈਂ ਹੁਣ ਗੱਲ ਵਿੱਚ ਪੱਲਾ ਪਾਇਆ ਸੀ। ਤੱਕਿਆ ਗੁਰਾਂ ਜੁਝਾਰ ਤਾਈਂ ਹੁਣ ਗੱਲ ਵਿੱਚ ਪੱਲਾ ਪਾਇਆ ਸੀ। ਤੱਕਿਆ ਗੁਰਾਂ ਜੁਝਾਰ ਤਾਈਂ ਹੁਣ ਗੱਲ ਵਿੱਚ ਪੱਲਾ ਪਾਇਆ ਸੀ। ਤੱਕਿਆ ਗੁਰਾਂ ਜੁਝਾਰ ਤਾਈਂ ਹੁਣ ਗੱਲ ਵਿੱਚ ਪੱਲਾ ਪਾਇਆ ਸੀ। ਤੱਕਿਆ ਗੁਰਾਂ ਗਲ ਵਿੱਚ ਪੱਲਾ ਪਾਇਆ ਸੀ। ਤੱਕਿਆ ਗੁਰਾਂ ਜੁਝਾਰ ਤਾਈਂ ਗਲ ਵਿੱਚ ਪੱਲਾ ਪਾਇਆ ਸੀ। ਜਦ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਕਹਿੰਦੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜਕਾਰਾ ਬੁਲਾਇਆ ਆਪ ਗੜੀ ਦੇ ਉੱਪਰ ਖੜੇ। ਬਾਬਾ ਜੁਝਾਰ ਸਿੰਘ ਜੀ ਵੀ ਕੋਲ ਖੜੇ ਸਨ ਤੇ ਉਸ ਸਮੇਂ ਗਲ ਦੇ ਵਿੱਚ ਪੱਲਾ ਪਾਇਆ ਬਾਬੇ ਜੁਝਾਰ ਸਿੰਘ ਨੇ। ਛੋਟੇ ਸਨ ਬਾਬਾ ਅਜੀਤ ਸਿੰਘ ਜੀ ਤੋਂ। ਗਲ ਦੇ ਵਿੱਚ ਪੱਲਾ ਪਾ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਖੜੇ ਨੇ। ਕੀ ਕਹਿੰਦੇ ਨੇ? ਅੱਲਾ ਯਾਖਾ ਜੋਗੀ ਲਿਖਦਾ ਭਾਈ ਸੇ ਵਿਛੜ ਕਰ जीना नहीं आता, खाना नहीं आता, पीना नहीं आता, सोना नहीं आता। महाराज अज भरा तो विछड़ के मैनू खान नींद नहीं आ रही, कुछ भी चंगा नहीं लगता। सतगुरु हुण किरपा कर दिओ, मैनू भी सतगुर तोर दिओ, हुण तेरा भी मन चाहुंदा है। मैनू भी सतगुर तोर दिओ, हुण मेरा भी मन चाहुंदा है। मैनू भी सतगुर तोर दिओ, तेरा भी मन चाहुंदा है। मैनू सतगुर तोर दिओ, तेरा भी मन चाहुंदा है। मैनू भी सतगुर तेरा भी मन चाहुंदा है। सतगुर तोर दिओ, तेरा भी मन चाहुंदा है। मैं भी जंग विच लड़के मैं भी जंग विच लड़के शहीद होना पिया वीर अजीत पलाउंदा है। मैं भी जंग विच लड़के शहीद होना पिया वीर अजीत पलाउंदा है। जंग विच लड़के शहीद होना पिया वीर अजीत पलाउंदा है। जंग विच लड़के शहीद होना पिया वीर अजीत पलाउंदा है। लड़के शहीद होना अजीत पलाउंदा है। लड़के शहीद होना पिया वीर
बाबा जुझार सिंह कहने लगे महाराज जो कुछ दिता इकट्ठियां नूं लैके दिता, इकट्ठे पैंदे सां इकट्ठे खेडदे सां। महाराज अज किहड़ी गल दा फर्क है? महाराज वड्डा वीर अजीत सिंह जंग दे मैदान विच पिया मैनूं बुला रिहा ते महाराज किरपा करो मेहर कर दो महाराज मैनूं भी हुण जंग दे मैदान दे विच भेज दिओ ते लड़ के शहीद होना। फिर देखे थापी सतगुर ने फिर देखे थापी सतगुर ने दूजी भी जंग चढ़ा दिती। देखे थापी सतगुर ने दूजी भी जंग चढ़ा दिती। फिर देखे थापी सतगुर ने दूजी भी जंग चढ़ा दिती। देखे थापी सतगुर ने दूजी भी जंग चढ़ा दिती। देखे थापी सतगुर ने चढ़ा दिती। देखे थापी सतगुर ने जंग चढ़ा दिती। अज वीर अजीत जुझार सिंह ने गढ़ी विच शहीदी पा दिती। वीर अजीत जुझार सिंह ने गढ़ी विच शहीदी पा दिती। वीर अजीत जुझार सिंह ने गढ़ी विच शहीदी पा दिती। वीर अजीत जुझार सिंह ने गढ़ी विच शहीदी पा दिती। वीर अजीत जुझार सिंह ने गढ़ी पा दिती। वीर अजीत जुझार सिंह ने विच शहीदी पा दिती। बाबा जुझार सिंह नूं कलगियां वाले पातशाह ने अपने हथी शस्त्र सजाए। शस्त्र सजा के महाराज कहने लगे जुझार सिंह बड़ा सोटा अजे। कहने लगे महाराज जे मैनूं लड़ना नहीं आउंदा तां मरना तां आउंदा ना। ते कलगियां वाले पातशाह महाराज ने अपने हथी सजा के गुरमुख प्यारे जंग के मैदान के भेज के ते आप ऊपर चले गए ने। ते जान लगे ने एक गल कही पुत्रा याद रखी जदों धरती ते डिगण लग्या ना उस समय एक बारी मुख मेरे वालों कर ले। कहने लगे महाराज की गल? कहने लगे मैं वेखना भी तेरी छाती दे विच किन्ने तीर वजे ने। कलगियां वाले पातशाह कहंदे एक बारी मुखड़ा मेरे वल कर ले। बाबा जुझार सिंह जी दे नाल जत्था भेजिया ते जंग के मैदान विच चले गए। जंग भख गया गुरमुख प्यारिओ। कलगियां वाले पातशाह गढ़ी दे उपर खड़े आ। उच्ची गढ़ी ते खड़ के सतगुर जी उच्ची घड़ी ते खड़ के सतगुर जी वाहिगुरु दा शुकर मनाउंदे रे। घड़ी ते खड़ के सतगुर जी वाहिगुरु दा शुकर मनाउंदे रे। घड़ी ते खड़ के सतगुर जी वाहिगुरु दा शुकर मनाउंदे रे। घड़ी ते खड़ के सतगुर जी वाहिगुरु दा शुकर मनाउंदे रे। घड़ी ते खड़ के सतगुर जी मनाउंदे रे। घड़ी ते खड़ के सतगुर जी दा शुकर मनाउंदे रे। सिंह लड़के जदों शहीद होए। सिंह लड़के जदों शहीद होए हथ जोड़ के फतेह बुलाउंदे रे। लड़के जदों शहीद होए हथ जोड़ के फतेह बुलाउंदे रे। लड़के जदों शहीद होए जोड़ के फतेह बुलाउंदे रे। जो शहीद होए जोड़ के
ਫਤਿਹ ਬੁਲਾਵੇ ਕਿ ਜਦੋਂ ਸ਼ਹੀਦ ਹੋਏ ਜੋੜ ਕੇ ਫਤਿਹ ਬੁਲਾਵੇ ਕਿ ਜਦੋਂ ਸ਼ਹੀਦ ਹੋਏ ਜੋੜ ਕੇ ਫਤਿਹ ਬੁਲਾਵੇ ਫਿਰ ਛੱਡ ਕੇ ਗੁਰਾਂ ਜਕਾਰੇ ਦੀ ਧਰਤੀ ਵੀ ਕੰਬਣ ਲਾ ਦਿੱਤੀ ਛੱਡ ਕੇ ਗੁਰਾਂ ਜਕਾਰੇ ਦੀ ਧਰਤੀ ਵੀ ਕੰਬਣ ਲਾ ਦਿੱਤੀ ਛੱਡ ਕੇ ਗੁਰਾਂ ਜਕਾਰੇ ਦੀ ਧਰਤੀ ਵੀ ਕੰਬਣ ਲਾ ਦਿੱਤੀ ਛੱਡ ਕੇ ਗੁਰਾਂ ਜਕਾਰੇ ਦੀ ਧਰਤੀ ਵੀ ਕੰਬਣ ਲਾ ਦਿੱਤੀ ਇਸ ਤਰ੍ਹਾਂ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦੀ ਪਾ ਗਏ ਨੇ ਤੇ ਗੁਰਮੁਖ ਪਿਆਰੇ ਜਦੋਂ ਸ਼ਹੀਦੀ ਪਾਈ ਸਾਹਿਬਜ਼ਾਦੇ ਨੇ ਆਪ ਸਤਿਗੁਰਾਂ ਨੇ ਜਕਾਰੇ ਬੁਲਾਏ ਤੇ ਗੁਰਮੁਖ ਪਿਆਰੇ ਥੱਲੇ ਆ ਕੇ ਕਮਰ ਕੱਸਾ ਕੱਸਣ ਲੱਗ ਗਏ ਨੇ ਮਹਾਰਾਜ ਪਹਿਲਾਂ ਗੜੀ ਦੇ ਉੱਪਰ ਖੜੇ ਸੀ ਮੰਮੀ ਦੇ ਉੱਪਰ ਤੇ ਜਦੋਂ ਗੜੀ ਦੇ ਅੰਦਰ ਆ ਕੇ ਕਮਰ ਕੱਸਾ ਕਰਨ ਲੱਗੇ ਸ਼ਬਦ ਪੜ ਰਹੇ ਨੇ ਦੇਹ ਸਿਵਾਵਰ ਮੋਹਿ ਹੈ ਸੁਭ ਕਰ ਮਨ ਤੇ ਕਬੂ ਨਾ ਕਰੋ ਨਾ ਡਰੋ ਅਰ ਸੋ ਜਬ ਜਾਏ ਨਰੋ ਨਿਸ਼ਚੈ ਕਰ ਆਪਣੀ ਜੀਤ ਕਰੋ जब आपकी औद निधान बने अत ही रन में तब जूझ मरो ये शब्द जो पढ़ रहे हैं कलगियां वाले पातशाह महाराज भाई दया सिंह ने कोल आए महाराज कमर कसा कर रहे हो मारे कहते हुण मैं आप जंग नूं जावांगा मैदानी जंग दे विच जाके जूझ के सिद्धि पावांगा ते उस समय भाई दया सिंह कहने लग्या सच्चे पातशाह इस तरह ना करो कलगियां वाले पातशाह महाराज गरीब नवाज तुसी गढ़ी नूं छड्ड के चले जाओ उस समय कलगियां वाले पातशाह कहने लगे दया सिंह होश कर की गल कह रहे हैं महाराज साडे वर्गे तुसी लखां होर सिंह पैदा कर दवोगे महाराज जे असीं लखां इकट्ठे होके तुहाडे वर्गा गुरु नहीं बना सकते दया सिंह कहने लग्या महाराज गढ़ी छड्ड के चले जाओ महाराज कहने लगे नहीं जावांगा इतिहास दसदा फिर पंज सिंह गलत परना पा के कलगीधर पातशाह महाराज दे अगे आए कहने लगे महाराज पहला बेनती की सी ते महाराज हुण तुहानूं हुक्म कर दिया सी ते हुण तुहानूं इह गढ़ी छड्ड के जाना पवेगा तुसीं गढ़ी छड्ड के चले जाओ निकल जाओ इत्थों गढ़ी चों असीं शहीदियां पावांगे ते उस समय कलगियां वाले पातशाह महाराज कहण लगे ठीक आ खालसे पंथ दा हुक्म सिर मत्थे है पंज सिंघां ने हुक्म कीता सिर मत्थे प्रवान आ पर मैं कल्ला नहीं जावांगा ते जावांगा ते दस के जावांगा सब नूं इत्थों गढ़ी दे विचों निकल कलगियां वाले पातशाह महाराज जी ने उस समय एक ब्योंत बनाई तीन सिंह मेरे नाल गढ़ी दे विचों निकलणगे भाई दया सिंह ते धर्म सिंह भाई मान सिंह ये तीन सिंह मेरे नाल जाणगे बाकी दे सिंह इस गढ़ी दे विच जूझ के जंग दे विच शहीदियां पाउणगे उस समय कलगीधर पातशाह महाराज भाई दया सिंह ते धर्म सिंह भाई मान सिंह ने यह गल कही जदों गढ़ी दे विचों निकलना दस दिता भी इस गढ़ी तो इन्नी दूर जाके तुसी ताड़ी मारनी है ते जदों ताड़ी मारनी इकट्ठियां ने ते फौजां नूं भुलेखा पाउण वास्ते ते इह ना पता लगे भी किधर दी जा रहे हैं महाराज ताड़ी इकट्ठियां ने मारनी है ते गुरमुख प्यारे उत्थे अज भी ताड़ी मार गुरुद्वारा साहब बनया जिथों कलगीधर पातशाह जी ने ताड़ी मारी सी किते चमकौर साहब जावो उत्थे एक कतलगढ़ गुरुद्वारा जिथे जंग हुंदा सी एक गढ़ी साहब उपर पौड़ियां चढ़ के ते गुरमुख प्यारे को ताड़ी मार गुरुद्वारा कलगियां वाले पातशाह महाराज उस समय जदों गढ़ी दे विचों निकलण लगे अपनी कलगी तोड़ा भाई संगत सिंह दे शीश दे उपर सजा दित्ती कि उन्हां नूं भुलेखा पै जावे कि गुरु गोबिंद सिंह जे गढ़ी दे विच
ਤੇ ਗੁਰਮੁਖ ਪਿਆਰੇ ਆਪਣੀ ਦਸਤਾਰ, ਆਪਣੇ ਕਲਗੀ, ਆਪਣੇ ਵਸਤਰ ਤੇ ਸਾਰੇ ਗੁਰਮੁਖ ਪਿਆਰਿਓ ਭਾਈ ਸੰਗਤ ਸਿੰਘ ਦੇ ਸੀਸ ਦੇ ਉੱਪਰ ਸਜਾ ਦਿੱਤੇ। ਉਸ ਸਮੇਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖ ਪਿਆਰਿਓ ਪੈਰਾਂ ਦੇ ਵਿੱਚ ਅੱਜ ਜੋੜਾ ਵੀ ਨਹੀਂ ਤੇ ਨਾ ਕੋਲ ਘੋੜਾ ਹੈ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਨੇ, ਉਸ ਸਮੇਂ ਕਲਗੀਆਂ ਵਾਲੇ ਪਾਤਸ਼ਾਹ ਜਿੱਥੇ ਤਾੜੀ ਮਾਰ ਗੁਰਦੁਆਰਾ ਸਾਹਿਬ ਬਣਿਆ, ਉੱਥੇ ਜਾ ਕੇ ਫਿਰ ਸਤਿਗੁਰਾਂ ਨੇ ਇੱਕ ਆਵਾਜ਼ ਦਿੱਤੀ ਆ। ਉਹ ਆਵਾਜ਼ ਕੀ ਆ? ਸਾਰੇ ਪਿਆਰ ਨਾਲ ਲਵਾਓ ਹੱਥ। ਤਾੜੀ ਮਾਰ ਕੇ ਗੁਰਾਂ ਨੇ ਆਖਿਆ, ਸਿੱਖਾਂ ਦਾ ਗੁਰੂ ਲੰਘ ਚੱਲਿਆ। ਮਾਰ ਕੇ ਗੁਰਾਂ ਨੇ ਆਖਿਆ, ਸਿੱਖਾਂ ਦਾ ਗੁਰੂ ਲੰਘ ਚੱਲਿਆ। ਤਾੜੀ ਮਾਰ ਕੇ ਗੁਰਾਂ ਨੇ ਆਖਿਆ, ਸਿੱਖਾਂ ਦਾ ਗੁਰੂ ਲੰਘ ਚੱਲਿਆ। ਮਾਰ ਕੇ ਗੁਰਾਂ ਨੇ ਆਖਿਆ, ਗੁਰੂ ਲੰਘ ਚੱਲਿਆ। ਮਾਰ ਕੇ ਗੁਰਾਂ ਨੇ ਆਖਿਆ, ਸਦਾ ਗੁਰੂ ਲੰਘ ਚੱਲਿਆ। ਤਾੜੀ ਮਾਰ ਕੇ ਗੁਰਾਂ ਨੇ ਤਾੜੀ ਮਾਰ ਕੇ ਗੁਰਾਂ ਨੇ ਆਖਿਆ, ਸਿੱਖਾਂ ਦਾ ਗੁਰੂ ਲੰਘ ਚੱਲਿਆ। ਮਾਰ ਕੇ ਗੁਰਾਂ ਨੇ ਆਖਿਆ, ਸਿੱਖਾਂ ਦਾ ਗੁਰੂ ਲੰਘ ਚੱਲਿਆ। ਮਾਰ ਕੇ ਗੁਰਾਂ ਨੇ ਆਖਿਆ, ਸਿੱਖਾਂ ਦਾ ਗੁਰੂ ਚੱਲਿਆ। ਤਾੜੀ ਮਾਰ ਕੇ ਗੁਰਾਂ ਨੇ ਆਖਿਆ, ਸਦਾ ਗੁਰੂ ਲੰਘ ਚੱਲਿਆ। ਮਾਰ ਕੇ ਗੁਰਾਂ ਨੇ ਆਖਿਆ, ਸਿੱਖਾਂ ਦਾ ਗੁਰੂ। ਉਹ ਤਾੜੀ ਮਾਰ ਕੇ ਗੁਰਾਂ ਨੇ ਆਖਿਆ, ਤਾੜੀ ਮਾਰ ਕੇ ਜਦੋਂ ਮਹਾਰਾਜ ਜਾਣ ਲੱਗੇ ਨਾ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੂੰ ਪਹਿਲਾਂ ਦੱਸ ਦਿੱਤਾ ਸੀ ਵੀ ਇਸ ਤਾਰੇ ਦੀ ਸੇਧ ਦੇ ਨਾਲ ਆਪਣਾ ਮੇਲ ਹੋਵੇਗਾ ਮਾਸੀ ਵਾੜੇ ਦੇ ਜੰਗਲ ਦੇ ਵਿੱਚ, ਉੱਥੇ ਮਿਲਾਂਗੇ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਕਲਗੀਆਂ ਵਾਲੇ ਪਾਤਸ਼ਾਹ ਚਾਰੇ ਪਾਸੇ ਨੂੰ ਨਿਕਲੇ। ਤਾੜੀ ਮਾਰੀ ਤੇ ਗੁਰਮੁਖ ਪਿਆਰਿਓ ਫੌਜਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਤੇ ਅੱਗੇ ਕਹਿਣ ਇਧਰੋਂ ਆਵਾਜ਼ ਆ ਰਹੀ ਹੈ, ਗੁਰੂ ਕਲਗੀਆਂ ਵਾਲੇ ਇੱਧਰ ਜਾ ਰਹੇ ਨੇ। ਦੂਸਰੇ ਪਾਸੇ ਵਾਲੇ ਕਹਿੰਦੇ ਇਧਰੋਂ ਆਵਾਜ਼ ਆ ਰਹੀ ਹੈ, ਇੱਧਰ ਗਏ ਨੇ। 10 ਲੱਖ ਫੌਜ ਆ, ਹਫੜਾ ਦਫੜੀ ਮੱਚ ਗਈ ਆਪਸ ਦੇ ਵਿੱਚ ਤੇ ਉੱਥੇ ਇੱਕ ਦੂਜੇ ਨੂੰ ਲੱਕੜ ਕੇ ਮਰ ਗਏ ਨੇ ਫੌਜੀ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਦੇ ਵਿੱਚ ਪਏ ਨੇ, ਸਿੰਘ ਵੀ ਸ਼ਹੀਦ ਹੋਏ ਪਏ ਨੇ। ਪੈਰਾਂ ਦੇ ਵਿੱਚ ਜੋੜਾ ਨਹੀਂ ਸਤਿਗੁਰਾਂ ਨੇ ਪਾਇਆ, ਕਿਤੇ ਲੜਦਿਆਂ ਤੋਂ ਮੇਰੇ ਸਿੰਘਾਂ ਦੇ ਕੇਸ ਖੁੱਲ ਗਏ ਹੋਣਗੇ, ਕਿਤੇ ਪੈਰ ਜੋੜਾ ਨਾ ਲੱਗ ਜਾਵੇ ਕੇਸਾਂ। ਦੇਖੋ ਕਿਹੋ ਜਿਹਾ ਜਿਗਰਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ। ਗਰੀਬ ਤੋਂ ਗਰੀਬ ਵੀ ਹੋਵੇ ਗੁਰਮੁਖ ਪਿਆਰਿਓ, ਉਹ ਵੀ ਆਪਣੇ ਪੁੱਤਰਾਂ ਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਤੁਰਦਾ। ਥੋੜਾ ਬਹੁਤਾ ਕੱਪੜਾ ਉਹਨਾਂ ਦੇ ਉੱਪਰ ਜ਼ਰੂਰ ਪਾਉਂਦਾ, ਗਰੀਬ ਤੋਂ ਗਰੀਬ ਹੁੰਦਾ। ਅੱਜ ਉਹ ਕਲਗੀਆਂ ਵਾਲੇ ਪਾਤਸ਼ਾਹ ਜਿਹੜੇ ਮਹਿਲਾਂ ਦੇ ਵਿੱਚ ਰਹਿਣ ਵਾਲੇ ਆਪਣੇ ਸਾਹਿਬਜ਼ਾਦਿਆਂ ਦੇ ਕੋਲ ਦੀ ਇਸ ਤਰ੍ਹਾਂ ਲੰਘ ਰਹੇ ਨਾ ਜਿਵੇਂ ਜਾਣਦੇ ਨਹੀਂ ਹੁੰਦੇ। ਕਿੰਨਾ ਪਿਆਰ ਸੀ ਆਪਣੇ ਪੁੱਤਰਾਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਗੁਰਮੁਖ ਪਿਆਰਿਓ। ਮਹਾਰਾਜ ਨੇ ਸਿੱਖਾਂ ਨੂੰ ਤੇ ਪੁੱਤਰਾਂ ਨੂੰ ਵੱਖ ਨਹੀਂ ਸਮਝਿਆ ਸੀ ਕਦੇ, ਇੱਕੋ ਹੀ ਪਿਆਰ ਦਿੱਤਾ। ਕਿਵੇਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜਾ ਰਹੇ ਨੇ, ਫਿਰਦਾ ਵਾਂਗ ਫਕੀਰਾਂ ਮਾਲਿਕ ਦੁਨੀਆ ਦਾ, ਫਿਰਦਾ ਵਾਂਗ ਫਕੀਰਾਂ ਮਾਲਿਕ ਦੁਨੀਆ ਦਾ, ਫਿਰਦਾ ਵਾਂਗ ਫਕੀਰਾਂ ਮਾਲਿਕ ਦੁਨੀਆ ਦਾ, ਫਿਰਦਾ ਵਾਂਗ ਫਕੀਰਾਂ ਮਾਲਿਕ
ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ। ਗੁਰਮੁਖ ਪਿਆਰੋ, ਫਕੀਰਾਂ ਦੇ ਵਾਂਗ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਉੱਥੋਂ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ। ਬਾਕੀ ਦੇ ਜਿਹੜੇ ਭਾਈ ਸੰਗਤ ਸਿੰਘ ਹੁਣੀ, ਭਾਈ ਸਾਹਿਬ ਸਿੰਘ, ਪਿਆਰੇ ਸਾਹਿਬ ਸਿੰਘ, ਇਹਨਾਂ ਨੇ ਗੁਰਮੁਖ ਪਿਆਰੋ ਉੱਥੇ ਸ਼ਹੀਦੀਆਂ ਪਾਈਆਂ ਤੇ 40 ਸਿੰਘ ਉੱਥੇ ਸ਼ਹੀਦ ਹੋਏ ਨੇ ਮਹਾਰਾਜ ਦੇ। ਤੇ 3 ਸਿੰਘ ਮਹਾਰਾਜ ਦੇ ਨਾਲ ਗੜੀ ਦੇ ਵਿੱਚੋਂ ਨਿਕਲ ਗਏ ਸਨ। ਫਿਰ ਜਿਹੜੇ ਸਿੰਘ ਉੱਥੇ ਸ਼ਹੀਦ ਹੋਏ, ਉਹਨਾਂ ਸਾਰੇ ਸਿੰਘਾਂ ਦਾ ਜਿਹੜਾ ਸੰਸਕਾਰ ਸੀ ਉਹ ਬੀਬੀ ਸਰਨ ਕੌਰ ਨੇ ਕੀਤਾ। ਤੇ ਗੁਰਮੁਖ ਪਿਆਰਿਓ, ਜਦੋਂ ਸੰਸਕਾਰ ਕੀਤਾ ਤੇ ਇਕੱਲੇ ਇਕੱਲੇ ਸਿੰਘ ਦੀ ਲਾਸ਼ ਸਰੀਰ ਲੱਭ ਕੇ, ਉਹ ਇੰਨਾ ਜਿਗਰਾ ਦੇਖੋ ਗੁਰਮੁਖ ਪਿਆਰਿਓ, ਫੱਟੜ ਹੋਏ ਨੇ ਤੇ ਉਹ ਪਛਾਣ ਆ ਜਾਂਦੀ ਹੈ, ਕਿਉਂਕਿ ਗਾਤਰੇ ਕਿਰਪਾਨ ਪਾਈਆ, ਚੋਲਾ ਕਸਰਾ ਪਾਇਆ ਹੁੰਦਾ ਸੀ, ਉੱਥੋਂ ਪਹਿਚਾਣ ਆ ਜਾਂਦੀ ਸੀ ਵੀ ਇਹ ਗੁਰੂ ਦਾ ਸਿੰਘ ਆ। ਸਾਰੇ ਸਿੰਘਾਂ ਦੇ ਇਕੱਲੇ ਇਕੱਲੇ ਸਿੰਘ ਦਾ ਸਰੀਰ ਇਕੱਠੇ ਕਰਕੇ ਤੇ ਗੁਰਮੁਖ ਪਿਆਰਿਓ ਸੰਸਕਾਰ ਬੀਬੀ ਸਰਨ ਕੌਰ ਨੇ ਕੀਤਾ। ਤੇ ਜਦੋਂ ਚਿੱਖਾ ਬਣਾ ਕੇ ਲਾਂਬੂ ਲਾਇਆ, ਲਾਟਾਂ ਨਿਕਲੀਆਂ ਉੱਪਰ ਨੂੰ, ਤੇ ਉਸ ਸਮੇਂ ਜਦੋਂ ਇਹਨਾਂ ਫੌਜੀਆਂ ਨੂੰ, ਕਿਉਂਕਿ ਇਹ ਜਿਹੜੇ ਫੌਜੀ ਸੀ ਜਦੋਂ ਜੰਗ ਸਮਾਪਤ ਹੋ ਗਿਆ ਸੀ, ਇਹ ਤਾਂ ਫਿਰ ਆਪਦੀ ਮਸਤੀ ਦੇ ਵਿੱਚ ਹੋ ਗਏ ਸਨ, ਸ਼ਰਾਬਾ ਕਬਾਬਾ ਪੀਣ ਲੱਗ ਗਏ ਵੀ ਅਸੀਂ ਜੰਗ ਜਿੱਤ ਗਏ ਆ। ਉਧਰ ਮਸਤ ਹੋ ਗਏ ਨੇ ਤੰਬੂਆਂ ਦੇ ਵਿੱਚ, ਤੇ ਇੱਧਰ ਬੀਬੀ ਸਰਨ ਕੌਰ ਨੇ ਉਹਨਾਂ ਸਿੰਘਾਂ ਦਾ ਸੰਸਕਾਰ ਕੀਤਾ। ਜਦੋਂ ਲਾਗੂ ਲਾਇਆ, ਲਾਟਾਂ ਨਿਕਲੀਆਂ, ਵੇਖਿਆ ਵੀ ਅੱਗ ਮੱਚ ਰਹੀ ਆ, ਕੋਲ ਗਏ ਨੇ ਬੀਬੀ ਸਰਨ ਕੌਰ ਨੂੰ ਗੁਰਮੁਖ ਪਿਆਰਿਓ। ਉਸ ਸਮੇਂ ਉਹਨਾਂ ਨੇ ਜਿਉਂਦੀ ਨੂੰ ਚੱਕ ਕੇ ਉਹਨਾਂ ਸਿੰਘਾਂ ਦੇ ਵਿੱਚ ਹੀ ਤੇ ਸ਼ਹੀਦ ਕਰ ਦਿੱਤਾ ਸੀ, ਸਾੜ ਦਿੱਤਾ ਸੀ। ਸੋ ਇਸ ਕਰਕੇ ਬੀਬੀ ਸਰਨ ਕੌਰ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ, ਸ਼ਹੀਦੀ ਆ। ਸਾਰੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਇਥੋਂ ਕਲਗੀਆਂ ਵਾਲੇ ਪਾਤਸ਼ਾਹ ਮਰੇ ਕੇ ਮਾਛੀਵਾੜੇ ਗਏ ਨੇ। ਸੋ ਇਹ ਇਤਿਹਾਸ ਆਪਾਂ ਜੀ ਸੰਖੇਪ ਵਿਚਾਰ ਕੀਤੀ ਆ। ਸੋ ਸਤਿਗੁਰੂ ਜੀ ਕਿਰਪਾ ਕਰਨ, ਗੁਰਮੁਖ ਪਿਆਰਿਓ, ਇਹ ਉਪਦੇਸ਼ ਸਾਡੀਆਂ ਹਿਰਦਿਆਂ ਦੇ ਵਿੱਚ, ਮਨਾਂ ਦੇ ਵਿੱਚ ਵਸ ਜਾਵੇ। ਕਿਵੇਂ ਦਲੇਰੀ ਦੇ ਨਾਲ, ਦ੍ਰਿੜਤਾ ਦੇ ਨਾਲ ਗੁਰਮੁਖ ਪਿਆਰਿਓ ਉਹਨਾਂ ਨੇ ਸ਼ਹੀਦੀਆਂ ਪਾਈਆਂ ਨੇ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹਿੱਸੇ ਆਇਆ। ਸਭ ਤੋਂ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜੰਗ ਜੇ ਮੰਨੀ ਗਈ ਆ ਤਾਂ ਇਹ ਚਮਕੌਰ ਦੀ ਜੰਗ ਮੰਨੀ ਗਈ ਆ। ਤੇ ਗੁਰਮੁਖ ਪਿਆਰਿਓ ਅੱਲਾ ਯਾਰ ਕਾ ਜੋਗੀ ਲਿਖਦਾ, ਕਹਿੰਦਾ ਬਸ ਹਿੰਦ ਮੇਂ ਏਕ ਤੀਰਥ ਹੈ ਯਾਤਰਾ ਕੇ लिए, ਕਹਿੰਦਾ ਇੱਕੋ ਹੀ ਤੀਰਥਾ ਯਾਤਰਾ ਕਰਨ ਵਾਸਤੇ ਜੇ ਜਾਣਾ। ਤੀਰਥ ਬੜੇ ਮੰਨੇ ਗਏ ਨੇ, ਪਰ ਅੱਲਾ ਯਾਰ ਖਾਂ ਦੇਖ ਲੋ, ਗੈਰ ਸਿੱਖ ਹੋ ਕੇ ਗੁਰਮੁਖ ਪਿਆਰਿਓ ਮੁਸਲਮਾਨ ਉਹ ਕਹਿ ਰਿਹਾ, ਕਹਿੰਦਾ बस हिंद में एक तीर्थ है यात्रा के लिए जहां बाप ने बेटे कटाए खुदा के लिए, जिथे अपने अखां दे सामने अपने बच्चों को कटवाया पिता ने, ते ओ तीर्थ है। गुरमुख प्यारो, किते भी समा मिले जिंदगी दे विच जरूर चमकौर साहब की धरती ते आप जाओ ते अपने बच्चों भी लेके जाओ, उन्हां शहीदां नूं नतमस्तक हो के जरूर आयो। लखां की तादाद दे विच संगतां चमकौर साहब विखे नतमस्तक होने वास्ते पुजियां ने। अपने हिस्से के विच आया अखंड पाठ साहिब प्रकाश ने हाजरी भरी आ। सारी संगतां दा बहुत बहुत धन्नवाद। कल नूं आपां कलगीधर महाराज दे छोटे साहिबजादे दी शहीदी प्रसंग तुसीं सुनिया, बड़े बारी सुनते आ रहे हैं, पता नहीं किन्ने समय तो। ते गुरमुख प्यारो, ये संग जो प्रसंग आपां सुनाउने आ, याद करते हैं, उन्हां शहीदां नूं याद करने वास्ते, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ, ਉਹਨਾਂ ਦੀ ਯਾਦ ਦੇ ਵਿੱਚ ਜੁੜਨ ਵਾਸਤੇ, ਉਹਨਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਪਾਂ ਇਹ ਦੁਬਾਰਾ ਪ੍ਰਸੰਗ ਸਰਵਣ ਕਰਦੇ ਹਾਂ। ਤੇ ਗੁਰਮੁਖ ਪਿਆਰਿਓ, ਬਾਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ, ਇਹ ਗੁਰਮੁਖ ਪਿਆਰਿਓ ਸਾਨੂੰ ਕਰਨੀਆਂ ਚਾਹੀਦੀਆਂ ਨੇ। ਇਤਿਹਾਸ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਤੇ ਗੁਰਮੁਖ ਪਿਆਰਿਓ, ਕੌਮਾਂ ਜਿਹੜੀਆਂ ਨੇ ਉਹ ਇਤਿਹਾਸ ਨਾਲ ਹੀ ਬਣਦੀਆਂ ਨੇ। ਜਿਹੜੀਆਂ ਕੌਮਾਂ ਦਾ ਇਤਿਹਾਸ ਨਹੀਂ, ਉਹ ਇੱਕ ਦਿਨ ਕੌਮਾਂ ਵੀ ਖਤਮ ਹੋ ਜਾਂਦੀਆਂ ਨੇ।
इस करके साडा इतिहास लहू के नाल भिजया होया। जे आपां गल करिए दिल्ली तो लाहौर तक कोई ऐसी थान जिथे शहीदां दा खून ना डुलिया होवे। सो गुरमुख प्यारिओ, उन्हां शहीदां दी कुर्बानी नूं आपां याद कीता, हाज़री लवाई आ। सतगुरु जी कृपा करन इस समा लेखे दे विच पाउण। सारियां संगतां दा धन्नवाद। आओ गुर स्तोत्र पढ़ के समाप्ति करिए। परम सत्कारयोग सतगुरां दी साजी नवाजी, गुरु प्यारे गुरु सवारे खालसा साध संगत जी, बहुत ही वड्डियां भागां वाले हाँ। साहिब श्री गुरु ग्रंथ साहिब महाराज जी के पावन पवित्र सचखंड श्री दरबार साहिब दीआं हाज़रियां भर के अपने जीवन नूं सफल बना रहे हाँ। सो आओ सब तो पहला